ਨੌਜਵਾਨ ਇੱਕ ਦੂਜੇ ਨੂੰ ਪੁੱਛਦੇ ਆ ਫਤਿਹਗੜ੍ਹ ਚੱਲੀਏ, ਦੂਜਾ ਕਹਿੰਦਾ ਬਗ ਚੱਲਦੇ ਆ ਬਈ ਕਦੋਂ ਕੁ ਤੁਰਨਾ ਹੈ, ਆਪਾਂ ਚੱਲਾਂਗੇ 2 ਘੰਟਿਆਂ ਨੂੰ। ਖੜ ਜਾ, ਮੈਂ ਸ਼ਹਿਰ ਜਾਇਆ, ਮੈਂ ਸ਼ਹਿਰ ਕੀ ਕਰਾ ਕੇ ਆਊਗਾ। ਚਿੱਟੇ ਨੀਲੇ ਕਾਲੇ ਪੀਲੀਆਂ ਦਸਤਾਰਾਂ ਬੰਨ ਲਈਆਂ, ਬਾਣੇ ਪਾ ਲਏ, ਇੱਥੇ ਹੀ ਗੱਲ ਖਤਮ ਨਹੀਂ ਹੁੰਦੀ। ਸਾਡਾ ਫਰਜ਼ ਬਣਦਾ ਉਹਨਾਂ ਪ੍ਰਤੀ ਸਮਰਪਿਤ ਹੋ ਕੇ ਕੁਝ ਨਾ ਕੁਝ ਸਮਾਜ ਨੂੰ ਦੇਣ ਦਈਏ। ਦੁਪਹਿਰੇ ਆਉਂਦੇ ਆ, ਟਿਊਸ਼ਨ ਚਲੇ ਜਾਂਦੇ ਆ, ਮਾਂ-ਬਾਪ ਦੀ ਸੋਚ ਆ ਅਸੀਂ ਆਪਦੇ ਨੂੰ ਪੜ੍ਹਾ ਕੇ ਬਾਹਰ ਤੋਰ ਦਈਏ। ਅੱਜ ਅਸੀਂ ਜ਼ਮੀਨਾਂ ਪਿੱਛੇ ਕਿੰਨੀਆਂ ਕੁਰਬਾਨੀਆਂ ਦਿੱਲੀ ਦਿੱਤੀਆਂ, ਪਰ ਕੋਈ ਇਹ ਵੀ ਤਾਂ ਝਾਤੀ ਮਾਰੇ। ਅੱਜ ਉੱਥੇ ਡੈਕ ਚੰਗੇ ਨਹੀਂ ਲੱਗਦੇ ਲੰਗਰਾਂ ਤੇ, ਉੱਥੇ ਸ਼ਹਾਦਤਾਂ ਹੋਈਆਂ ਨੇ, ਕਿਸੇ ਦਾ ਵਿਆਹ ਨਹੀਂ ਸੀ ਉੱਥੇ। ਉੱਥੇ ਫਿਰ ਕੀ ਗੱਲਾਂ ਹੁੰਦੀਆਂ ਨੇ, ਇਹ ਤਾਂ 35 ਸਾਲ ਦਾ ਸੀ ਬਾਬਾ ਜੀ, ਦੇਗ ਨਹੀਂ ਬਣਾਉਂਦੇ, ਪਤਾਸੀ ਵੰਡ ਦਿਓ। ਪਰ ਅੱਜ ਜਲੇਬੀਆਂ ਲੰਗਰਾਂ ਤੇ ਕਿਵੇਂ ਲੰਘ ਜਾਂਦੀਆਂ ਨੇ। ਅਸੀਂ ਅੱਜ ਨਾਰੇ ਲਾਉਨੇ ਆ ਨਾ ਵੀ ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ, ਪਹਿਲਾਂ ਚਾਹੇ ਆਪਦੇ ਘਰੇ ਬੋਰ ਲਾ ਲਈਏ, ਉਹੀ ਪਾਣੀ ਤੇ ਸਾਨੂੰ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮ ਸਿੰਘ ਹਰਿਆਊ, ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ। ਸੋ ਦੋਸਤੋ, ਅੱਜ ਸਾਡੇ ਨਾਲ ਹੋਣਗੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ, ਜੋ ਕਿ ਸਿੱਖ ਪ੍ਰਚਾਰਕ ਨੇ, ਤੇ ਅੱਜ ਦਾ ਜਿਹੜਾ ਵਿਸ਼ਾ ਹੋਗਾ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਉਹ ਹੋਣਾ ਹੈ। ਤੁਹਾਨੂੰ ਪਤਾ ਹੀ ਹੈ ਕਿ ਹੁਣ ਜਿਹੜੇ ਦਿਨ ਚੱਲ ਰਹੇ ਨੇ ਉਹ ਪੂਰਾ ਪੰਜਾਬ ਤੇ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚੋਂ ਵੀ ਲੋਕ ਨੇ ਜਿਹੜੇ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਦੇ ਲਈ ਆ ਰਹੇ ਨੇ, ਕਿਉਂਕਿ ਪੋਹ ਦਾ ਉਹ ਸਮਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਤੇ ਬਾਕੀ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ, ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸਾਡੀ ਆਨ ਤੇ ਸ਼ਾਨ ਵਾਸਤੇ, ਸਾਡੀ ਕੌਮ ਦੇ ਵਾਸਤੇ ਕੁਰਬਾਨ ਕੀਤਾ। ਇਸ ਵਿਸ਼ੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ। ਆਓ ਭਾਈ ਸਾਹਿਬ ਦਾ ਪਹਿਲਾਂ ਕਰਦੇ ਹਾਂ ਸਵਾਗਤ। ਹਾਂਜੀ ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਵੀ ਜੀ ਆਇਆਂ ਨੂੰ ਇੱਥੇ ਆਉਣ ਤੇ, ਮਾਰੇ ਕਿਰਪਾ ਕਰਨ, ਚੜ੍ਹਦੀ ਕਲਾ 'ਚ ਜੀ। ਭਾਈ ਸਾਹਿਬ ਜੀ, ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਵੀ ਕੋਈ ਘਾਟ ਨਹੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ, ਹਰ ਪੱਖ ਤੋਂ ਦੇਖਿਆ ਜਾਵੇ ਸੰਗਤ ਜਾ ਰਹੀ ਹੈ, ਨੌਜਵਾਨ ਬਹੁਤ ਜਾ ਰਹੇ ਆ, ਪਰ ਕਿਤੇ ਨਾ ਕਿਤੇ ਅਸੀਂ ਜਿਹੜੀ ਅਸਲੀ ਸੱਚਾਈ ਹੈ ਉਹਦੇ ਤੋਂ ਭੜਕੇ ਹੋਏ ਆ ਜੀ। ਸਾਡੇ ਬੱਚੇ ਨੇ ਹੋਰ ਪਾਸੇ ਜਾ ਰਹੇ ਆ ਜੀ, ਕਿਤੇ ਕੋਈ ਕ੍ਰਿਸਮਸ ਵਾਲੇ ਪਾਸੇ ਵੀ ਤੁਰਿਆ ਫਿਰਦਾ ਹੈ ਤੇ ਅਸੀਂ ਉੱਥੇ ਵੀ ਜਾ ਰਹੇ ਹਾਂ। ਜਾਣਾ ਚੰਗੀ ਗੱਲ ਹੈ, ਬਹੁਤ ਵਧੀਆ ਗੱਲ ਹੈ, ਪਰ ਅਸੀਂ ਉੱਥੇ ਜਾਣ ਦੀ ਜਿਹੜੀ ਸਾਡੀ ਭਾਵਨਾ ਉਹ ਕੀ ਹੋਣੀ ਚਾਹੀਦੀ ਹੈ ਤੇ ਹੁਣ ਕੀ ਚੱਲ ਰਿਹਾ? ਦੇਖੋ ਜੀ, ਜਿੱਥੇ ਅੱਜ ਆਪਾਂ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ, ਸਾਡਾ ਇਹ ਇਤਿਹਾਸ ਹੈ, ਸਾਨੂੰ ਯਾਦ ਰੱਖਣਾ ਵੀ ਜ਼ਰੂਰੀ ਹੈ ਤੇ ਉੱਥੇ ਹਾਜ਼ਰੀ ਲਗਾਉਣੀ ਵੀ ਜ਼ਰੂਰੀ ਹੈ। ਪਰ ਕਿੱਥੇ ਅਸੀਂ ਜਾ ਕੇ ਕੋਈ ਸੇਧ ਲੈਣੀ ਹੈ, ਸੇਧ ਲੈਣ ਦੀ ਬਜਾਏ ਅਸੀਂ ਅੱਗੇ ਵਧਣ ਦੀ ਜਗ੍ਹਾ ਤੇ ਪਿੱਛੇ ਨੂੰ ਹਟਣ ਲੱਗ ਚੁੱਕੇ ਹਾਂ, ਪਿੱਛੇ ਨੂੰ ਆ ਰਹੇ ਹਾਂ। ਕਿੱਥੇ ਸਾਡਾ ਫਰਜ਼ ਇਹ ਬਣਦਾ ਵੀ ਜਿੱਥੇ ਸਾਡਾ ਸਿੱਖ ਸਮਾਜ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੋਇਆ, ਅਸੀਂ ਆਪਣੇ ਧਰਮ 'ਚ ਪਰਪੱਕ ਹਾਂ, ਅਸੀਂ ਕਿਸੇ ਦੇ ਧਰਮ ਦੀ ਨਿੰਦਿਆ ਨਹੀਂ ਕਰਦੇ, ਪਰ ਉੱਥੇ ਨਾਲ ਨਾਲ ਸਾਨੂੰ ਇਹ ਚਾਹੀਦਾ ਵੀ ਜਿਸ ਤਰ੍ਹਾਂ ਫਤਿਹਗੜ੍ਹ ਸਾਹਿਬ ਅਸੀਂ ਜਾਂਦੇ ਹਾਂ, ਉੱਥੇ ਜਾ ਕੇ ਕੇਵਲ ਰੰਗ ਤਮਾਸ਼ਾ ਵੇਖ ਕੇ ਮੁੜਨ ਦੀ ਗੱਲ ਨਾ ਕਰੀਏ। ਜੋ ਅੱਜ ਨੌਜਵਾਨ ਪੀੜ੍ਹੀ ਹੈ, ਮੈਂ ਮਾਫੀ ਚਾਹੁੰਦਾ, ਕਈਆਂ ਨੂੰ ਬੁਰੇ ਵੀ ਲੱਗਣੇ ਆ ਮੇਰੇ ਸ਼ਬਦ, ਟਰੈਕਟਰਾਂ ਤੇ ਜਾਂਦੇ ਨੇ, ਵੱਡੇ ਵੱਡੇ ਡੈਕ ਲਾ ਕੇ ਰੌਲਾ ਰੱਪਾ ਇੱਕ ਮੇਲਾ ਬਣਾ ਕੇ ਜਾਂਦੇ ਨੇ, ਬਿਲਕੁਲ, ਜਦੋਂ ਕਿ ਉਹ ਇੱਕ ਸਭਾ ਮੇਲਾ ਨਹੀਂ ਹੈ। ਪੁਰਾਣੇ ਬਜ਼ੁਰਗ ਜਾਇਆ ਕਰਦੇ ਸੀ, ਜਦੋਂ ਪੁਰਾਣੇ ਬਜ਼ੁਰਗਾਂ ਨੇ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੇ ਜਾਣਾ, ਨੰਗੇ ਪੈਰ ਤੇ ਇੱਕ ਨਿੱਕਾ ਜਿਹਾ ਬਸਤਰ, ਪੰਜਾਬੀ 'ਚ ਆਪਾਂ ਕਹਿੰਦੇ ਵੀ ਪੱਲੀ ਵਿਛਾ ਕੇ, ਉੱਥੇ ਸੱਥਰ ਵਿਛਾ ਕੇ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ ਹਾਜ਼ਰੀ ਲਗਵਾ ਕੇ ਆਉਣੀ। ਤੇ ਸਤਿਕਾਰਯੋਗ ਸਾਡੇ ਪੁਰਖੇ, ਸਾਡੇ ਬਾਬੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਕੁਝ ਵਾਅਦੇ, ਕੁਝ ਪ੍ਰੋਮਿਸ ਉਹਨਾਂ ਨਾਲ ਕਰਕੇ ਆਉਂਦੇ ਸੀ। ਬਿਲਕੁਲ ਜੀ, ਉਹਨਾਂ ਨਾਲ ਪ੍ਰੋਮਿਸ ਇਹ ਹੁੰਦੇ ਸੀ, ਜੇ ਕੋਈ ਨੌਜਵਾਨ ਸਿੰਪਲ ਚਲਿਆ ਜਾਂਦਾ ਤਾਂ ਉਹ ਵਾਅਦਾ ਕਰਕੇ ਆਉਂਦਾ ਸੀ, ਮੈਂ ਅੱਜ ਤੋਂ ਬਾਅਦ ਦਾੜੀ ਕੇਸ ਕਤਲ ਨਹੀਂ ਕਰਵਾਵਾਂਗਾ,
ਮੈਂ ਦਸਤਾਰ ਸਿਰਾ ਬਣਾਂਗਾ, ਕਿਉਂਕਿ ਤੁਹਾਡੀਆਂ ਜਿਹੜੇ ਪਾਏ ਹੋਏ ਪੂਰਨੇ ਨੇ ਅੱਜ ਮੈਨੂੰ ਪਤਾ ਲੱਗ ਗਿਆ। ਦਿਲ ਬਲੁੰਦਰਿਆ ਜਾਂਦਾ ਹੈ ਜਦੋਂ ਅੱਜ ਦਾ ਨੌਜਵਾਨ ਫਤਿਹਗੜ੍ਹ ਸਾਹਿਬ ਵਾਸਤੇ ਤਿਆਰ ਹੁੰਦਾ ਹੈ। ਇੱਕ ਨੌਜਵਾਨ ਦੂਜੇ ਨੂੰ ਕਹਿੰਦਾ ਓਏ ਫਤਿਹਗੜ੍ਹ ਚੱਲੀਏ। ਨੰਬਰ 1 ਤਾਂ ਬੋਲਣ ਦੀ ਸ਼ਬਦਾਵਲੀ, ਜਿੱਥੇ ਸਤਿਕਾਰ ਨਾਲ ਨਾਮ ਲੈਣਾ, ਜਿੱਥੇ ਦੁਨੀਆ ਦੀ ਵਰਲਡ ਦੀ ਸਭ ਤੋਂ ਮਹਿੰਗੀ ਧਰਤੀ ਹੈ, ਉਸ ਧਰਤੀ ਦਾ ਸਤਿਕਾਰ ਦੇ ਨਾਲ ਅਸੀਂ ਫਤਿਹਗੜ੍ਹ ਸਾਹਿਬ ਕਹਿੰਦੇ ਆ। ਅੱਜ ਦਾ ਨੌਜਵਾਨ ਜਾਂ ਤਾਂ ਕਹਿੰਦਾ ਸਰਹੰਦ ਚੱਲੀਏ ਜਾਂ ਕਹਿੰਦਾ ਫਤਿਹਗੜ੍ਹ ਚੱਲੀਏ। ਨਹੀਂ, ਇਦਾਂ ਨਹੀਂ ਬੋਲਣਾ ਚਾਹੀਦਾ। ਦੂਸਰੀ ਬੇਨਤੀ ਮੈਂ ਕਰ ਰਿਹਾ ਸੀ ਕਿ ਨੌਜਵਾਨ ਇੱਕ ਦੂਜੇ ਨੂੰ ਪੁੱਛਦੇ ਆ ਫਤਿਹਗੜ੍ਹ ਚੱਲੀਏ, ਦੂਜਾ ਕਹਿੰਦਾ ਬਗ ਚੱਲਦੇ ਆ। ਬਈ ਕਦੋਂ ਕੁ ਤੁਰਨਾ ਹੈ? ਆਪਾਂ ਚੱਲਾਂਗੇ 2 ਘੰਟਿਆਂ ਨੂੰ। ਖੜ ਜਾ, ਮੈਂ ਸ਼ਹਿਰ ਜਾਇਆ ਮੈਂ। ਸ਼ਹਿਰ ਕੀ ਕਰਾ ਕੇ ਆਊਗਾ? ਉਹ ਕਹਿੰਦਾ ਮੈਂ ਥੋੜੇ ਜਿਹੇ ਵਾਲ ਸੈੱਟ ਕਰਾਇਆ ਵਾਂ, ਦਾੜੀ ਥੋੜੀ ਜਿਹੀ ਕਟਿੰਗ ਕਰਾਉਣ ਵਾਲੀ ਆ ਉਹ ਕਰਵਾਇਆ ਵਾਂ। ਸ਼ਰਮ ਦੀਆਂ ਗੱਲਾਂ ਨੇ ਵੀਰ ਜੀ, ਇਹ ਸ਼ਰਮ ਆਉਣੀ ਚਾਹੀਦੀ ਹੈ। ਸਾਡੀਆਂ ਦਸਤਾਰਾਂ ਵਾਸਤੇ, ਸਾਡੀ ਸਾਬਤ ਸੂਰਤੀ ਵਾਸਤੇ ਉਹਨਾਂ ਕੁਰਬਾਨੀਆਂ ਦਿੱਤੀਆਂ। ਦੁਨੀਆ ਦੇ ਉੱਪਰ ਬੜੀਆਂ ਕੁਰਬਾਨੀਆਂ ਹੋਈਆਂ, ਪਰ ਆਪਣਿਆਂ ਵਾਸਤੇ ਹੋਈਆਂ। ਉਪਕਾਰ ਹਰ ਇੱਕ ਨੇ ਕੀਤਾ, ਪਰ ਜੇ ਪਰਉਪਕਾਰ ਦੀ ਗੱਲ ਆਉਂਦੀ ਹੈ ਤਾਂ ਸਾਡੇ ਕੇਵਲ ਤੇ ਕੇਵਲ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿੱਸੇ ਆਉਂਦੀ ਹੈ। ਹੋਰ ਕਿਸੇ ਨੇ ਪਰਉਪਕਾਰ ਨਹੀਂ ਕੀਤਾ ਸਾਡੇ ਵਾਸਤੇ। ਦੁਨੀਆ ਤੇ ਲੜਾਈਆਂ ਹੋਈਆਂ, ਜਰ ਜੋਰੂ ਤੇ ਜ਼ਮੀਨ ਪਿੱਛੇ ਹੋਈਆਂ। ਜੇ ਕਲਗੀਧਰ ਦਾ ਇਤਿਹਾਸ ਪੜ੍ਹੀਏ, ਨਾ ਜਰ ਦੀ ਗੱਲ ਹੈ, ਨਾ ਜੋਰੂ ਦੀ ਗੱਲ ਹੈ, ਨਾ ਜ਼ਮੀਨ ਦੀ ਗੱਲ ਹੈ। ਜੇ ਗੱਲ ਆਈ ਤਾਂ ਧਰਮ ਦੇ ਰਾਖੇ ਬਣ ਕੇ ਕਲਗੀਧਰ ਪਾਤਸ਼ਾਹ ਨੇ ਜਿਸ ਦਿਨ ਇਸ ਧਰਤੀ ਤੇ ਚਰਨ ਪਾਏ, 9 ਸਾਲ ਦੀ ਉਮਰ ਵਿੱਚ, ਸਿਰਫ ਤੇ ਸਿਰਫ ਇੱਕ ਬਚਪਨਾ ਹੀ ਹੁੰਦਾ 9 ਸਾਲ ਦੀ ਉਮਰ। ਆਪਣੇ ਪਿਤਾ ਨੂੰ ਦਿੱਲੀ ਵੱਲ ਤੋਰਿਆ, ਕਾਹਦਾ ਲਾਲਚ ਸੀ ਮਹਾਰਾਜ ਨੂੰ? ਸਿਰਫ ਸਾਡੀਆਂ ਸਰਦਾਰੀਆਂ ਪਿੱਛੇ, ਸਾਨੂੰ ਆਪਣੇ ਹੱਕ ਦਿਵਾਉਣ ਪਿੱਛੇ। ਦੇਖੋ, ਸਾਡੇ ਹੱਕਾਂ ਵਾਸਤੇ ਸਾਹਿਬਜ਼ਾਦੇ ਕੁਰਬਾਨ ਹੋਏ, ਗੁਰੂ ਤੇਗ ਬਹਾਦਰ ਪਿਤਾ ਉਹ ਕੁਰਬਾਨ ਹੋਏ। ਅੱਜ ਜੇ ਸਮੇਂ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਕਿੰਨੇ ਕਿਸਾਨ ਕੁਰਬਾਨ ਹੋਏ। ਅੱਜ ਜੇ ਸਾਡੀ ਜਿੱਤ ਹੁੰਦੀ ਹੈ, ਜੇ ਕੱਲ ਜਿੱਤ ਹੋਈ ਸਾਡੀਆਂ ਜ਼ਮੀਰਾਂ ਦੀ, ਸਾਡੀਆਂ ਪੱਗਾਂ ਦੀ, ਸਾਡਿਆਂ ਦਾੜਿਆਂ ਦੀ, ਸਾਡੀ ਅਣਖ ਦੀ, ਤਾਂ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ, ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਏ। ਜੇ ਅੱਜ ਸਾਡੇ ਹੱਕਾਂ ਦੀ ਜਿੱਤ ਹੋਈ ਤਾਂ ਵੀ ਕੁਰਬਾਨੀ ਦੇਣੀ ਪਈ। ਦਿੱਲੀ ਦੇ ਵਿੱਚ ਕਿੰਨੇ ਕਿਸਾਨ ਸ਼ਹੀਦ ਹੋਏ। ਮੇਰੇ ਕਹਿਣ ਦਾ ਮਤਲਬ ਇਹੋ ਹੀ ਆ ਵੀਰ ਜੀ, ਕਿ ਜਦੋਂ ਵੀ ਅਸੀਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ, ਉੱਥੇ ਜਾ ਕੇ ਕਮ ਸੇ ਕਮ ਜੇ ਜ਼ਿਆਦਾ ਨਹੀਂ, ਚੌਪਈ ਸਾਹਿਬ ਦੇ ਜਾਪ, ਜਪਜੀ ਸਾਹਿਬ ਦੇ ਪਾਠ, ਲੰਗਰਾਂ ਵੱਲ ਧਿਆਨ ਨਾ ਦਈਏ ਵੀ ਅਸੀਂ ਕੀ ਖਾਣਾ, ਕਿਹੜੇ ਲੰਗਰ 'ਚ ਕੀ ਬਣਿਆ। ਨਹੀਂ, ਉਹਨੂੰ ਮੇਲਾ ਨਾ ਬਣਾਈਏ, ਉਹ ਸਭਾ ਹੈ। ਉੱਥੇ ਆਪਣਾ ਕੀਤੀਆਂ ਹੋਈਆਂ ਕੁਰਬਾਨੀਆਂ, ਪਾਏ ਹੋਏ ਪੂਰਨਿਆਂ ਨੂੰ ਵੇਖ ਕੇ ਵਾਅਦਾ ਕਰਕੇ ਆਈਏ ਕਿ ਇਹ ਬਾਬਾ ਅਜੀਤ ਸਿੰਘ ਜੀ, ਇਹ ਬਾਬਾ ਜੁਝਾਰ ਸਿੰਘ ਜੀ, ਭਾਵੇਂ ਤੁਸੀਂ 2 ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ, ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ, ਪਰ ਇਹ ਬਾਬਾ ਜੋਰਾਵਰ ਸਿੰਘ ਜੀ, ਇਹ ਬਾਬਾ ਫਤਿਹ ਸਿੰਘ ਜੀ, ਤੁਹਾਡੇ ਦਰ ਤੇ ਮੈਂ ਅੱਜ ਆਇਆ। ਅੱਜ ਤੋਂ ਵਾਅਦਾ ਕਰਕੇ ਜਾਵਾਂਗਾ ਕਿ ਮੈਂ ਰੋਜ਼ ਦਸਤਾਰ ਸਜਾਇਆ ਕਰਾਂਗਾ, ਮੈਂ ਦਾੜੀ ਕੇਸ ਕਤਲ ਨਹੀਂ ਕਰਵਾਵਾਂਗਾ, ਮੈਂ ਧੀ ਭੈਣ ਦਾ ਸਾਂਝੀ ਬਣ ਕੇ ਰਹਾਂਗਾ, ਆਪਣੇ ਮਾਂ-ਬਾਪ ਦਾ ਸਤਿਕਾਰ ਕਰਾਂਗਾ, ਵੱਡਿਆਂ ਦਾ ਆਦਰ ਕਰਾਂਗਾ। ਜੇਕਰ ਕੋਈ ਨੌਜਵਾਨ ਵੀਰ ਮਜਬੂਰੀ ਹੁੰਦੀ ਹੈ, ਕਿਸੇ ਨਾ ਕਿਸੇ ਕਾਰਨ ਕਰਕੇ ਨਸ਼ੇ ਲੱਗਿਆ, ਉਹ ਪ੍ਰਣ ਕਰਕੇ ਆਵੇ ਮੈਂ ਨਸ਼ੇ ਨੂੰ ਹੱਥ ਨਹੀਂ ਲਾਵਾਂਗਾ। ਇੱਦਾਂ ਦੇ ਵਾਅਦੇ ਕਰਕੇ ਆਈਏ ਉੱਥੇ ਉਹਨਾਂ ਨੂੰ। ਇਹ ਸੱਚੀ ਸ਼ਰਧਾਂਜਲੀ ਇਹੋ ਹੀ ਆ। ਜੇ ਹੁਣ ਅਸੀਂ ਕਹੀਏ ਵੀ ਅੰਮ੍ਰਿਤ ਛਕ ਲਿਆ, ਚਿੱਟੇ ਨੀਲੇ ਕਾਲੇ ਪੀਲੀਆਂ ਦਸਤਾਰਾਂ ਬੰਨ੍ਹ ਲਿਆ, ਬਾਣੇ ਪਾ ਲਏ, ਇੱਥੇ ਹੀ ਗੱਲ ਖਤਮ ਨਹੀਂ ਹੁੰਦੀ। ਸਾਡਾ ਫਰਜ਼ ਬਣਦਾ ਉਹਨਾਂ ਪ੍ਰਤੀ ਸਮਰਪਿਤ ਹੋ ਕੇ ਕੁਝ ਨਾ ਕੁਝ ਸਮਾਜ ਨੂੰ ਦੇਣ ਦਈਏ, ਕੋਈ ਸੇਵਾ ਕਰੀਏ, ਕੁਦਰਤ ਦੇ ਨਾਲ ਅਟੈਚ ਹੋਈਏ। ਅੱਜ ਅਸੀਂ ਦਿੱਲੀ ਜਿੱਤ ਪ੍ਰਾਪਤ ਕਰ ਲਈ, ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ ਜੀ? ਆਉਣ ਵਾਲਾ ਸਮਾਂ ਜਿਸ ਤਰ੍ਹਾਂ ਅੱਜ ਝੋਨੇ ਦੇ ਵਿੱਚ ਮੋਇਸਚਰ ਚੈੱਕ ਕਰ ਲੈਂਦੇ ਨੇ ਨਿੱਕੀ ਜਿਹੀ ਮਸ਼ੀਨ ਰਾਹੀਂ ਵੀ ਕਿੰਨੀ ਨਮੀ ਹੈ, ਇੰਨੀ ਨਮੀ ਅਸੀਂ ਖਰੀਦਣੀ, ਇੰਨੀ ਨਹੀਂ ਖਰੀਦਣੀ, ਉਸੇ ਤਰ੍ਹਾਂ ਜਲਦ ਹੀ ਮਸ਼ੀਨਾਂ ਆ ਜਾਣਗੀਆਂ। ਜਦੋਂ ਤੁਹਾਡੀ ਫਸਲ ਦੇ ਵਿੱਚੋਂ ਇਹ ਲੇਵਲ ਕੱਢ ਦਿੱਤੇ ਜਾਣਗੇ ਵੀ ਕਿੰਨੇ % ਜ਼ਹਿਰ ਹੈ, ਕਿੰਨੇ % ਡਾਇਆ, ਕਿੰਨੇ % ਯੂਰੀਆ,
ਉਦੋਂ ਤੁਹਾਡੀ ਮਜਬੂਰੀ ਬਣ ਜਾਏਗੀ ਵੀ ਤੁਹਾਨੂੰ ਆਰਗੈਨਿਕ ਖੇਤੀ ਕਰਨੀ ਪਏਗੀ। ਬਿਲਕੁਲ। ਅੱਜ ਜਿਹੜੇ ਆੜਤੀਏ ਦੇ ਅਸੀਂ ਫਸਲਾਂ ਬੀਜਦੇ ਆ, ਉਹ ਆਪਣੇ ਖਾਣ ਵਾਸਤੇ ਫਸਲ ਯੂਪੀ ਐਮਪੀ ਚੋਂ ਮੰਗਵਾਉਂਦਾ। ਕਿਉਂ? ਅਸੀਂ ਅੱਜ ਝਾੜ ਪਿੱਛੇ ਪੈ ਗਏ, ਕੁਆਂਟੀਟੀ ਪਿੱਛੇ ਪੈ ਗਏ, ਕੁਆਲਿਟੀ ਪਿੱਛੇ ਨਹੀਂ। ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਪ੍ਰਣ ਕਰਕੇ ਆਈਏ ਵੀ ਅਸੀਂ ਜੇ ਜ਼ਿਆਦਾ ਨਹੀਂ ਤੇ ਆਪਣੇ ਖਾਣ ਜੋਗੀ ਕਣਕ, ਝੋਨਾ, ਪਸ਼ੂਆਂ ਦਾ ਚਾਰਾ, ਖਾਣ ਵਾਲੀ ਸਬਜ਼ੀ ਤੇ ਜ਼ਹਿਰ ਨਹੀਂ ਛਿੜਕਾਂਗੇ। ਬਿਲਕੁਲ ਜੀ, ਬਿਲਕੁਲ। ਜਿੱਥੇ ਸਰਕਾਰਾਂ ਦੀ ਗੱਲ ਆਉਂਦੀ ਹੈ, ਸਾਰੀਆਂ ਸਤਿਕਾਰਯੋਗ ਨੇ, ਕੋਈ ਵੀ ਸਰਕਾਰ ਹੋਵੇ, ਮੈਂ ਕਿਸ ਦਾ ਵਿਰੋਧੀ ਨਹੀਂ, ਪਰ ਮੈਂ ਪੰਜਾਬ ਸਰਕਾਰ ਦੇ ਚਰਨਾਂ ਵਿੱਚ ਇਹ ਬੇਨਤੀ ਕਰਦਾ ਕਿ ਜਿੱਥੇ ਅੰਗਰੇਜ਼ੀ ਵਿਸ਼ਾ ਲਾਜ਼ਮੀ, ਹਿਸਾਬ ਲਾਜ਼ਮੀ, ਹਿੰਦੀ ਲਾਜ਼ਮੀ, ਸੰਸਕ੍ਰਿਤ ਲਾਜ਼ਮੀ, ਕਈ ਵਿਸ਼ੇ ਪੰਜਾਬੀ ਲਾਜ਼ਮੀ ਹੈ ਸਕੂਲਾਂ ਵਿੱਚ, ਉੱਥੇ ਖੇਤੀਬਾੜੀ ਦਾ ਵਿਸ਼ਾ ਵੀ ਸਾਡੇ ਪੰਜਾਬ ਵਿੱਚ ਲਾਗੂ ਹੋਣਾ ਚਾਹੀਦਾ। ਲਾਜ਼ਮੀ ਹੋਣਾ ਚਾਹੀਦਾ। ਲਾਜ਼ਮੀ, ਪੱਕਾ ਜੀ। ਬਿਲਕੁਲ। ਕਿਉਂ? ਕਿਉਂਕਿ ਅੱਜ ਸਾਡੇ ਜਿਹੜੇ ਬੱਚੇ ਨੇ ਸਵੇਰ ਸਕੂਲ ਚਲੇ ਜਾਂਦੇ ਆ, ਦੁਪਹਿਰੇ ਆਉਂਦੇ ਆ, ਟਿਊਸ਼ਨ ਚਲੇ ਜਾਂਦੇ ਆ। ਮਾਂ-ਬਾਪ ਦੀ ਸੋਚ ਆ ਅਸੀਂ ਆਪਦੇ ਨੂੰ ਪੜ੍ਹਾ ਕੇ ਬਾਹਰ ਤੋਰ ਦਈਏ। ਅੱਜ ਅਸੀਂ ਜ਼ਮੀਨਾਂ ਪਿੱਛੇ ਕਿੰਨੀਆਂ ਕੁਰਬਾਨੀਆਂ ਦਿੱਲੀ ਦਿੱਤੀਆਂ, ਪਰ ਕੋਈ ਇਹ ਵੀ ਤਾਂ ਝਾਤੀ ਮਾਰੇ, ਜੇ ਕੋਈ ਖੇਤੀ ਕਰਨ ਵਾਲਾ ਅਸੀਂ ਰੱਖਾਂਗੇ ਇੱਥੇ, ਕਿਸੇ ਬੱਚੇ ਨੂੰ ਖੇਤੀ ਦੀ ਨੌਲੇਜ ਦੇਵਾਂਗੇ ਤਾਂ ਹੀ ਉਹ ਜ਼ਮੀਨ ਤੇ ਖੇਤੀ ਕਰੇਗਾ। ਜਿਹੜੀਆਂ ਜ਼ਮੀਨਾਂ ਪਿੱਛੇ ਅੱਜ ਅਸੀਂ ਲੜਦੇ ਫਿਰਦੇ ਹਾਂ, ਉਹ ਤੇ ਖੇਤੀ ਆਉਣ ਵਾਲੀਆਂ ਟਾਈਮਾਂ 'ਚ ਕੌਣ ਕਰੂਗਾ ਜੀ? ਬਿਲਕੁਲ। ਜਿਹੜੇ ਸਾਡੀਆਂ ਔਲਾਦ ਹੈ, ਜੰਮੇ ਹੋਏ ਬੱਚੇ ਨੇ, ਉਹਨਾਂ ਨੂੰ ਅੱਜ ਇਹ ਨਹੀਂ ਪਤਾ ਵੀ ਸਾਡਾ ਖੇਤ ਕਿੱਥੇ ਆ, ਕਿਹਦੇ ਨਾਲ ਸਾਡੀ ਵੱਟ ਲੱਗਦੀ ਆ। ਵੀਰ ਜੀ, ਕਿਹੜੀ ਰੁੱਤ 'ਚ ਕਿਹੜਾ ਬੀਜ ਬੀਜਿਆ ਜਾਂਦਾ, ਹਾੜੀ ਕੀ ਹੈ, ਸੋਹਣੀ ਕੀ ਹੈ, ਜਦੋਂ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਇਹੀ ਨਹੀਂ ਪਤਾ। ਸਿਰਫ ਦਿਮਾਗ 'ਚ ਕੀ ਹੈ, ਮੈਂ ਕੈਨੇਡਾ ਜਾਣਾ, ਮੈਂ ਅਮਰੀਕਾ ਜਾਣਾ, ਉੱਥੇ ਵੀ ਤਾਂ ਜਾ ਕੇ ਮਿਹਨਤ ਕਰਨੀ ਆ। ਬਿਲਕੁਲ ਜੀ। ਜੇ ਇੱਥੇ ਖੇਤੀਬਾੜੀ ਦਾ ਵਿਸ਼ਾ ਲਾਜ਼ਮੀ ਹੋਏਗਾ ਤਾਂ ਅਸੀਂ ਆਪਣਾ ਹਵਾ, ਪਾਣੀ, ਧਰਤੀ ਬਚਾ ਸਕਦੇ ਹਾਂ, ਨਹੀਂ ਇਹਨੂੰ ਬਚਾਉਣ ਵਾਲਾ ਕੋਈ ਨਹੀਂ। ਬਿਲਕੁਲ ਜੀ, ਬਿਲਕੁਲ। ਬਾਬਾ ਜੀ, ਆਪਾਂ ਗੱਲ ਕੀਤੀ ਸੀ ਕਿ ਕਰ ਰਹੇ ਹਾਂ ਕਿ ਸਾਡੇ ਬੱਚਿਆਂ ਨੂੰ ਆਹ ਕੁਝ ਕਰਨਾ ਚਾਹੀਦਾ, ਪਰ ਇਹਦਾ ਕਾਰਨ ਕੀ ਰਿਹਾ? ਅਸੀਂ ਇੰਨਾ ਪਿੱਛੇ ਕਿਉਂ ਭਾਗੇ? ਸਾਡਾ ਐਡਾ ਵੱਡਾ ਬਣਮੁੱਲਾ ਇਤਿਹਾਸ ਪੜ੍ਹ ਰਹੇ ਹਾਂ, ਪਰ ਸਾਡੇ ਬੱਚੇ ਫੇਰ ਹੋਰ ਪਾਸੇ ਜਾ ਰਹੇ ਆ, ਹੋਰ ਕਲਾਕਾਰਾਂ ਦੇ ਫੈਨ ਬਣ ਰਹੇ ਆ। ਸਾਡੇ ਆਪਣੇ ਅਸਲੀ ਜਿਹੜੇ ਕਹਿ ਲਈਏ ਜਿਹਦੇ ਅਸੀਂ ਵਾਰਸ ਆ ਨਾ, ਜਿਨ੍ਹਾਂ ਨੇ ਸਾਡੇ ਬੱਚੇ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਨੂੰ ਪਿੱਛੇ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਨੇ। ਕਿੱਥੇ ਕਹਾਣੀ, ਬਿਮਾਰੀ ਕਿੱਥੇ ਹੋ ਗਈ ਹੈ? ਵੀਰ ਜੀ, ਬਿਮਾਰੀ ਇਹ ਹੋ ਗਈ, ਪਹਿਲਾਂ ਜਦੋਂ ਬੱਚੇ ਪਲਦੇ ਸੀ, ਨਿੱਕੇ ਨਿੱਕੇ ਬੱਚੇ ਪਲਦੇ ਸੀ, ਦਾਦਾ ਦਾਦੀ ਦੀ ਗੋਦ 'ਚ ਹੁੰਦੇ ਸੀ। ਅੱਜ ਮਾਫੀ ਚਾਹੁੰਦਾ, ਮੋਬਾਈਲ ਦੀ ਗੋਦ 'ਚ ਵੜ ਗਏ। ਕੱਲ ਮਾਂ ਅੰਮ੍ਰਿਤ ਵੇਲੇ ਉੱਠਦੀ ਆ, ਬੱਚਾ ਵੀ ਨਾਲ ਉੱਠ ਖੜਦਾ। ਦਾਦੀ ਦੀ ਗੋਦ 'ਚ ਪਾ ਕੇ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀ ਸੀ। ਅੱਜ ਦੀ ਮਾਂ ਗੁਰਦੁਆਰੇ ਨਹੀਂ ਜਾਂਦੀ। ਕੱਲ ਦਾਦਾ ਕਹਾਣੀਆਂ ਸੁਣਾਉਂਦੇ ਸੀ, ਇਤਿਹਾਸ ਸੁਣਾਉਂਦੇ ਸੀ। ਅੱਜ ਤੁਹਾਨੂੰ ਪਤਾ ਮੋਬਾਈਲ ਕੀ ਸੁਣਾਉਂਦਾ। ਪਿੱਛੇ ਜਾਣ ਦਾ ਕਾਰਨ ਇਹੋ ਹੀ ਹੈ ਵੀਰ ਜੀ। ਅੱਜ ਕਿੰਨੇ ਲੰਗਰ ਲੱਗੇ ਨੇ। ਜੇ ਹੁਣ ਤੁਸੀਂ ਇੱਥੇ ਬੈਠੇ ਹੋ, ਮੈਂ ਇੱਥੇ ਗਿਆਨੀ ਮਸ਼ਕੀਨ ਜੀ, ਸਤਿਕਾਰਯੋਗ ਭਾਈ ਪਿੰਦਰਪਾਲ ਜੀ, ਭਾਈ ਸਰਬਜੀਤ ਸਿੰਘ ਜੀ, ਕਿੰਨੇ ਵਿਦਵਾਨ ਨੇ, ਉਹਨਾਂ ਦੀ ਮੈਂ ਕਥਾ ਲਾ ਲਾਂ ਇੱਕ ਜਾਣੇ ਦੀ, ਤੁਸੀਂ ਨਹੀਂ ਵੀ ਸੁਣਨੀ, ਜਦੋਂ ਸੁੱਤੇ ਬੈਠੇ ਹੋ ਕੋਈ ਨਾ ਕੋਈ ਸ਼ਬਦ ਤਾਂ ਤੁਹਾਡੇ ਦਿਮਾਗ 'ਚ ਵੜੂਗੇ। ਤੁਸੀਂ ਫਿਰ ਉਹ ਸ਼ਬਦ ਜੇ ਕੰਨੀ ਪਊਗਾ ਸੋਚੋਗੇ ਵੀ ਉਹਦੇ ਬਾਰੇ। ਪਰ ਅੱਜ ਕੀ ਹੋ ਰਿਹਾ? ਮੈਂ ਮਾਫੀ ਚਾਹੁੰਦਾ ਸਿੱਖ ਜਗਤ ਤੋਂ, ਪੂਰੇ ਤੋਂ। ਲੰਗਰ ਲਾਉਨੇ ਹੋ, ਸਤਿਕਾਰਯੋਗ ਹੋ, ਸੇਵਾ ਕਰਦੇ ਹੋ, ਸਤਿਕਾਰਯੋਗ ਹੋ, ਪਰ ਜਿਹੜੇ ਟਰਾਲੀਆਂ ਤੇ ਡੈਕ ਚੱਲਦੇ ਨੇ ਉਹ ਚੰਗੇ ਨਹੀਂ ਲੱਗਦੇ। ਉੱਥੇ ਜੇ ਉਹ ਡੈਕ ਚਲਾਉਣੇ ਵੀ ਚਾਹੀਦੇ ਆ ਨਾ, ਸਿੱਖ ਇਤਿਹਾਸ ਹੀ ਉਹਦੇ ਵਿੱਚ ਚੱਲਣਾ ਚਾਹੀਦਾ, ਨਾ ਕਿ ਗਾਣੇ। ਅਸੀਂ ਪੰਜਾਬੀ ਸਿੰਗਰਾਂ ਦੇ ਗਾਣੇ ਵਜਾਉਂਦੇ ਆ, ਉੱਥੇ ਡੈਕ ਕਿੱਥੇ ਵੱਜਦੇ ਹੁੰਦੇ ਨੇ? ਜਿੱਥੇ ਖੁਸ਼ੀ ਦਾ ਮਾਹੌਲ ਹੋਵੇ। ਡੀਜੇ ਕਿੱਥੇ ਚੱਲਦੇ ਹੁੰਦੇ ਨੇ? ਜਿੱਥੇ ਖੁਸ਼ੀ ਦਾ ਮਾਹੌਲ ਹੋਵੇ। ਵੀਰ ਜੀ, ਅੱਜ ਉੱਥੇ ਡੈਕ ਚੰਗੇ ਨਹੀਂ ਲੱਗਦੇ ਲੰਗਰਾਂ ਤੇ। ਉੱਥੇ ਸ਼ਹਾਦਤਾਂ ਹੋਈਆਂ ਨੇ, ਕਿਸੇ ਦਾ ਵਿਆਹ ਨਹੀਂ ਸੀ ਉੱਥੇ। ਅੱਜ ਅਸੀਂ ਬਿਲਕੁਲ ਨੀਵਾਂ ਹੋਣਾ ਪੈਂਦਾ, ਕਈ ਵਾਰ ਹਿਰਦਾ ਬਲੁੰਦਰਿਆ ਜਾਂਦਾ। ਕਈ ਲੰਗਰਾਂ ਤੇ ਅਸੀਂ ਜਾਂਦੇ ਹਾਂ, ਆ ਜਾਓ ਜੀ ਜਲੇਬੀਆਂ ਦਾ ਲੰਗਰ ਹੈ, ਆ ਜਾਓ ਜੀ ਗੁਲਾਬ ਜਾਮਣਾ ਦਾ ਲੰਗਰ ਹੈ। ਕਿਸੇ ਦਾ 35 ਸਾਲ ਦਾ ਕੋਈ ਚੜ੍ਹਾਈ ਕਰ ਜੇ, ਕੋਈ 40 ਸਾਲ ਦਾ ਚੜ੍ਹਾਈ ਕਰ ਜੇ, ਅਸੀਂ ਕੀ ਕਹਿੰਦੇ ਹਾਂ? ਮੂੰਗੀ ਦੀ ਦਾਲ ਕਰ ਲਓ, ਇਹਦੀ ਉਮਰ ਨਹੀਂ ਸੀ ਜ਼ਿਆਦਾ। ਗੁਰੂ ਸਾਹਿਬ ਨੂੰ ਇੱਕੋ ਇੱਕ ਕੜਾਹ ਪ੍ਰਸ਼ਾਦ ਦੀ ਦੇਗ ਦਾ ਭੋਗ ਲੱਗਦਾ ਨਾ ਜੀ, ਕੜਾਹ ਪ੍ਰਸ਼ਾਦ ਦਾ ਭੋਗ ਲੱਗਦਾ ਹੈ।
ਉੱਥੇ ਫਿਰ ਕੀ ਗੱਲਾਂ ਹੁੰਦੀਆਂ ਨੇ, ਇਹ ਤਾਂ 35 ਕੁ ਸਾਲ ਦਾ ਸੀ ਬਾਬਾ ਜੀ, ਦੇਗ ਨਹੀਂ ਬਣਾਉਂਦੇ, ਪਤਾਸੀ ਵੰਡਦੇ ਹੋ। ਪਰ ਅੱਜ ਜਲੇਬੀਆਂ ਲੰਗਰਾਂ ਤੇ ਕਿਵੇਂ ਲੰਘ ਜਾਂਦੀਆਂ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਮੈਂ ਫਤਿਹਗੜ੍ਹ ਸਾਹਿਬ ਨਾਲ ਨਹੀਂ ਜੀ, ਚਾਰੇ ਸਾਹਿਬਜ਼ਾਦਿਆਂ ਨਾਲ ਰਿਲੇਟਡ ਗੱਲ ਕਰਾਂਗਾ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀਆਂ ਕਿੰਨੀਆਂ ਕੁ ਉਮਰਾਂ ਸੀ, ਜਿੱਥੇ ਲੰਗਰਾਂ ਤੇ ਅਸੀਂ ਵੱਡੇ ਵੱਡੇ ਡੈਕਾਂ ਤੇ ਗਾਣੇ ਚਲਾਉਂਦੇ ਆ, ਇਤਿਹਾਸ ਨਹੀਂ ਚਲਾਉਂਦੇ। ਸਾਡਾ ਫਰਜ਼ ਨਹੀਂ ਬਣਦਾ ਕਿ ਉੱਥੇ ਇਤਿਹਾਸ ਚੱਲੇ। ਮਿੱਠੀ ਮਿੱਠੀ ਕਥਾ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਜੀ ਦੀ, ਭਾਈ ਪਿੰਦਰਪਾਲ ਸਿੰਘ ਜੀ ਦੀ, ਭਾਈ ਸਰਬਜੀਤ ਸਿੰਘ ਜੀ ਦੀ, ਦਰਬਾਰ ਸਾਹਿਬ ਦੇ ਰਾਗੀ ਸਾਹਿਬਾਨ ਕਿੰਨਾ ਰਸ ਭਿੰਨਾ ਵਿਰਾਗਮਈ ਕੀਰਤਨ ਕਰਦੇ ਨੇ। ਉਹ ਮਿੱਠੇ ਮਿੱਠੇ ਸ਼ਬਦ ਚੱਲਣੇ ਚਾਹੀਦੇ ਆ, ਨਾ ਕਿ ਆਰਕੈਸਟਰਾ ਦੇ ਡੀਜਿਆਂ ਵਾਂਗੂ ਉੱਥੇ ਸਿੰਗਰਾਂ ਦੇ ਗਾਣੇ ਚੱਲਣੇ ਚਾਹੀਦੇ ਆ। ਕਿਹੜਾ ਸਿੰਗਰ ਹੈ, ਕਿਹਦੀ ਦੇਣ ਹੈ ਕਿ ਵੀਰ ਜੀ ਜਦੋਂ ਸਭਾ ਆਉਂਦੀ ਹੈ ਹਰ ਕੋਈ ਕੈਸਟ ਕੱਢ ਦਿੰਦਾ, ਪਰ ਉੱਥੇ ਜਿੱਥੇ ਸਿੰਗਰ ਵੀਰ ਧਾਰਮਿਕ ਗਾਣੇ ਗਾ ਕੇ ਕੈਸਟ ਕੱਢਦੇ ਆ, ਉੱਥੇ ਉਹ ਇਤਿਹਾਸ ਵੀ ਪੜ੍ਹ ਕੇ ਨਾਲ ਇਤਿਹਾਸ ਵੀ ਦੱਸਣ, ਗੱਲ ਫੇਰ ਬਣਦੀ ਆ। ਸਾਰੇ ਸਤਿਕਾਰਯੋਗ ਨੇ, ਸਾਰੇ ਇਸ ਸ਼ਹਾਦਤ ਨੂੰ ਸਮਰਪਿਤ ਨੇ, ਸਭ ਦਾ ਧੰਨਵਾਦ। ਪਰ ਨਾਲ ਨਾਲ ਗੱਲ ਇਹ ਹੈ ਵੀਰ ਜੀ, ਜਿਹੋ ਜਿਹਾ ਅਸੀਂ ਸੁਣਾਂਗੇ ਉਹੋ ਜਿਹਾ ਦੇਖਣ ਦੀ ਕੋਸ਼ਿਸ਼ ਕਰਾਂਗੇ। ਵੇਖੋ ਛੋਟੇ ਸਾਹਿਬਜ਼ਾਦੇ, 4 ਸਾਹਿਬਜ਼ਾਦੇ ਫਿਲਮ ਆਈ ਸੀ, ਉਹ ਬਣੀ ਹੈ ਨਾ ਫਿਲਮ, ਸਭ ਨੇ ਵੇਖੀ। ਲੋਕੀ ਸਿਨੇਮਾ ਘਰ ਦੇ ਬਾਹਰ ਜੋੜੇ ਉਤਾਰ ਕੇ ਵੀ ਉਸ ਫਿਲਮ ਨੂੰ ਵੇਖਣ ਗਏ, ਫਿਰ ਰੋਂਦੇ ਨਿਕਲਦੇ ਨੇ ਤੇ ਅੱਖਾਂ ਨਮ ਹੋ ਕੇ ਅੰਦਰੋਂ ਬਾਹਰ ਭੁੱਬਾਂ ਮਾਰ ਕੇ ਕੋਈ ਆਇਆ, ਕੋਈ ਰੋ ਕੇ ਆਇਆ, ਕੋਈ ਸੋਚਦਾ ਆਇਆ। ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਦਿਖਾਈਏ, ਇਹ ਕਹਾਣੀਆਂ ਜਿਵੇਂ ਬਜ਼ੁਰਗ ਸੁਣਾਉਂਦੇ ਹੁੰਦੇ ਸੀ, ਸਾਡਾ ਇਤਿਹਾਸ ਸੁਣਾਈਏ। ਮਾਂ ਸਵੇਰੇ ਉੱਠੇ, ਕੰਘਾ ਕਰੇ, ਬੱਚੇ ਨੂੰ ਦੱਸੇ ਕਿ ਸਾਡੇ ਬਾਬਾ ਅਜੀਤ ਸਿੰਘ ਕੌਣ ਸੀ, ਬਾਬਾ ਜੁਝਾਰ ਸਿੰਘ ਕੌਣ ਸੀ, ਦਸ਼ਮੇਸ਼ ਪਿਤਾ ਦੇ ਲਖਤੇ ਜਿਗਰ 4 ਸਾਹਿਬਜ਼ਾਦੇ ਕੌਣ ਸੀ, ਮਾਤਾ ਗੁਜਰ ਕੌਰ ਕੌਣ ਸੀ। ਵੀਰ ਜੀ ਫੇਰ ਗੱਲ ਬਣਦੀ ਆ। ਅੱਜ ਦੀ ਮਾਂ, ਅਸੀਂ ਗੁਰਦੁਆਰੇ ਕਿਉਂ ਜਾਂਦੇ ਹਾਂ? ਜੇ ਕੋਈ ਕਰੜਾ ਸਮਾਜ ਹੈ ਅਸੀਂ ਤਾਂ ਗੁਰਦੁਆਰੇ ਜਾਂਦੇ ਹਾਂ। ਅਸੀਂ ਅੱਜ ਦੀ ਮਾਂ ਗੁਰਦੁਆਰੇ ਜਾਂਦੀ ਹੈ, ਮੈਂ ਤਾਂ ਭਾਈ ਅੰਮ੍ਰਿਤ ਛਕਿਆ, ਮੈਂ ਗੁਰਦੁਆਰੇ ਜਾਂਦੀ ਹਾਂ, ਹੈ ਨਾ। ਮਾਂ ਜਾਂਦੀ ਹੈ ਗੁਰਦੁਆਰੇ। ਪਹਿਲਾਂ ਮਾਂ ਆਪਣੇ ਬੱਚੇ ਨੂੰ, ਮੈਂ ਪਹਿਲਾਂ ਕਹਿ ਕੇ ਹਟਿਆ, ਦਾਦਾ ਦਾਦੀ ਦੀ ਗੋਦ 'ਚ ਪਾ ਜਾਂਦੀ ਸੀ। ਅੱਜ ਜੇ ਬੱਚਾ ਉੱਠ ਖੜੇ, ਮਾਂ ਕੀ ਕਰਦੀ ਹੈ? ਟੈਲੀਵਿਜ਼ਨ ਲਾ ਕੇ ਜਾਂ ਤਾਂ ਉਹਦੇ ਕੋਲ ਰਿਮੋਟ ਧਰ ਜਾਂਦੀ ਹੈ। 2 ਸਾਲ ਦਾ ਬੱਚਾ ਹੁੰਦਾ, ਰਿਮੋਟ ਦੱਬੀ ਜਾਂਦਾ, ਟੀਵੀ ਦੇਖੀ ਜਾਂਦਾ, ਜਾਂ ਫਿਰ ਮੋਬਾਈਲ। ਕਈ ਬੱਚੇ ਐਸੇ ਨੇ 2-2, 3-3 ਸਾਲ ਦੇ ਨੇ ਜਿਹੜੇ ਮੋਬਾਈਲ ਬਿਨਾਂ ਰੋਟੀ ਵੀ ਨਹੀਂ ਖਾਂਦੇ। ਮਾਂ ਬਾਪ ਉਹਨੂੰ ਘੂਰ ਕੇ ਮੋਬਾਈਲ ਨਹੀਂ ਪਰਾਂ ਧਰਦੇ, ਕਹਿਣਗੇ ਨਾ ਜੀ ਇਹਨੂੰ ਤਾਂ ਆਦਤ ਪੈ ਗਈ, ਬਸ ਇਹ ਤਾਂ ਸਾਰਦਾ ਨਹੀਂ। ਅਸੀਂ ਜਾਵਾਂਗੇ ਕਿੱਥੇ? ਅੱਜ ਅਸੀਂ ਆਪਦੇ ਬੱਚੇ ਉਹਨਾਂ ਦੇ ਪਿੱਛੇ ਲੱਗ ਗਏ। ਅੱਜ ਬੱਚਿਆਂ ਦੀ ਚੱਲਦੀ ਹੈ, ਵੱਡਿਆਂ ਦੀ ਨਹੀਂ। ਮਾਫੀ ਚਾਹੁੰਦਾ, ਇਹ ਕੋੜ ਦਾ ਰੋਗ ਹੈ ਜਿਹੜਾ ਮਾਂ ਬਾਪ ਬੱਚਿਆਂ ਨੂੰ ਲਾ ਰਹੇ ਨੇ। ਸਾਨੂੰ ਅੱਜ ਉਹ ਸ਼ਹੀਦੀ ਦਿਹਾੜੇ ਯਾਦ ਕਰਕੇ ਵੀਰ ਜੀ, ਸਾਡੇ ਘਰਾਂ 'ਚ ਚੌਪਈ ਸਾਹਿਬ, ਜਪਜੀ ਸਾਹਿਬ, ਠੀਕ ਹੈ ਨਾ ਜੀ, ਸੁਖਮਨੀ ਸਾਹਿਬ, ਕੋਈ ਉਹਨਾਂ ਨੂੰ ਸਮਰਪਿਤ ਸਹਿਜ ਪਾਠ, ਕੁਛ ਐਸਾ ਕਰਨਾ ਚਾਹੀਦਾ। ਦੂਜੀ ਗੱਲ ਮੈਂ ਇੱਕ ਹੋਰ ਕਰ ਜਾਵਾਂ, ਅੱਜ ਨੌਜਵਾਨ ਵੀਰ, ਕਈ ਸੰਸਥਾਵਾਂ ਨੇ ਜਿਹੜੀਆਂ ਫਤਿਹਗੜ੍ਹ ਸਾਹਿਬ ਪੱਗਾਂ ਦੇ ਲੰਗਰ ਲਾ ਰਹੀਆਂ ਨੇ, ਦਸਤਾਰਾਂ ਦੇ ਲੰਗਰ ਲਾ ਰਹੀਆਂ ਨੇ। ਕਿੰਨੀ ਉਹ ਅਵੇਅਰਨੈਸ ਲਿਆ ਰਹੇ ਨੇ। ਜੇ ਮੈਂ ਵੱਡੀ ਗੱਲ ਕਰ ਜਾਵਾਂ, ਅੱਜ ਜੇ ਪੰਜਾਬ ਦੇ ਵਿੱਚ ਕਿਸੇ ਨੌਜਵਾਨ ਦਾ ਵਿਆਹ ਹੋਵੇ, ਪੱਗ ਤੋਂ ਬਿਨਾਂ ਉਹ ਲਾਵਾਂ ਨਹੀਂ ਲੈ ਸਕਦਾ। ਪੱਗ ਬੰਨ੍ਹ ਕੇ ਲਾਵਾਂ ਲਊ। ਪਰ ਅੱਜ ਜੇ 100% ਨੌਜਵਾਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚਿਆ, ਮਾਫੀ ਚਾਹੁੰਦਾ 20% ਨੇ ਜਿਹਨੂੰ ਪੱਗ ਬੰਨਣੀ ਆਉਂਦੀ ਹੈ। ਪੰਜਾਬੀ ਕਹਾਉਣ ਵਾਲਿਆਂ ਨੂੰ ਅੱਜ ਪੱਗ ਬੰਨਣੀ ਨਹੀਂ ਆਉਂਦੀ। ਇਹ ਸ਼ਰਮ ਦੀਆਂ ਗੱਲਾਂ ਨੇ ਜੀ। ਪਰ ਉਹ ਨੌਜਵਾਨ ਵੀਰਾਂ ਦਾ ਉਪਰਾਲਾ ਬਹੁਤ ਵੱਡਾ, ਜਿਹੜੇ ਪੱਗਾਂ ਦਾ ਲੰਗਰ ਲਾ ਰਹੇ ਨੇ, ਦਸਤਾਰ ਸਿਖਲਾਈ ਕੈਂਪ ਲਾ ਰਹੇ ਨੇ। ਉਹਨਾਂ ਦੇ ਕੋਲ ਬਹਿ ਕੇ ਸੇਧ ਲੈ ਲਓ ਕੋਈ। ਅੱਜ ਅਸੀਂ ਸੌਖਾ ਕਹਿ ਦਿੰਦੇ ਬਾਣੀ ਪੜ੍ਹਨੀ ਨਹੀਂ ਆਉਂਦੀ। ਬਾਣੀ ਪੜ੍ਹਨੀ ਕਿਉਂ ਨਹੀਂ ਆਉਂਦੀ? ਇੱਕ ਅਨਪੜ੍ਹ ਬਾਪੂ 80 ਸਾਲ ਦਾ, ਜਿਹਨੂੰ ਕੋਈ ਮਸ਼ੀਨਰੀ ਬਾਰੇ ਗਿਆਨ ਨਹੀਂ, ਉਹ ਟਰੈਕਟਰ ਵੀ ਚਲਾਉਣ ਸਿੱਖ ਗਿਆ। ਕਿਤੋਂ ਸਿੱਖਿਆ? ਆਪੇ ਸਿੱਖ ਗਿਆ। ਉਹ ਬਾਪੂ ਨੂੰ ਅੱਜ ਮੋਬਾਈਲ ਫੜਾ ਦੋ, ਮੋਬਾਈਲ ਚਲਾਉਣਾ ਤਾਂ ਸਿੱਖ ਲੂ, ਪਰ ਬਾਣੀ ਪੜ੍ਹਨੀ ਨਹੀਂ ਸਿੱਖਦਾ। ਜਿਹੜੀ ਚੀਜ਼ ਨੇ ਸਾਡਾ ਭਲਾ ਕਰਨਾ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਜਿਹਨੇ ਸਾਡੀਆਂ ਸਾਰੀਆਂ ਚਿੰਤਾਵਾਂ ਆਹ ਲੋਕ ਦੀਆਂ ਉਹ ਪਰਲੋਕ ਦੀਆਂ ਖਤਮ ਕਰਨੀਆਂ ਨੇ,
ਉਹ ਤੋਂ ਅਸੀਂ ਕੋਈ ਸੇਧ ਹੀ ਨਹੀਂ ਲੈਂਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਪਤਾ ਕੀ ਬਣਾ ਰੱਖਿਆ, ਜੇ ਕੋਈ ਛੋਟਾ ਕੰਮ ਹੈ ਰੁਮਾਲਾ ਚਾੜ ਦਿਓ, ਦੇਗ ਕਰਾ ਦਿਓ, ਅਖੰਡ ਪਾਠ ਕਰਾ ਦਿਓ, ਬਸ। ਮਹਾਰਾਜ ਦੀ ਨਹੀਂ ਮੰਨਣੀ, ਜੋ ਗੁਰੂ ਸਾਹਿਬ ਕਹਿੰਦੇ ਨੇ ਉਹ ਨਹੀਂ ਮੰਨਣੀ। ਮਹਾਰਾਜ ਸਾਹਿਬ ਨੂੰ ਬਸ ਮੰਨੀ ਜਾਣਾ ਵੀ ਅਸੀਂ ਤੇਰੇ ਸਿੱਖ ਹਾਂ, ਉਹਦੀ ਨਹੀਂ ਮੰਨਣੀ। ਬਿਲਕੁਲ ਜੀ, ਉਹਦੇ ਫਲਸਫੇ ਨੂੰ ਨਹੀਂ ਅਪਣਾਉਣਾ। ਨਹੀਂ ਜੀ, ਜੋ ਗੁਰਬਾਣੀ ਕਹੇ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨੇ ਸਤਾਰੇ। ਜਿੰਨਾ ਸਮਾਂ ਅਸੀਂ ਗੁਰਬਾਣੀ ਦੀ ਜਿਹੜੀ ਗਿਆਨ ਕਿਰਨ ਹੈ ਉਹਨੂੰ ਨਹੀਂ ਅਪਣਾਉਂਦੇ, ਸਾਡਾ ਕੁਝ ਨਹੀਂ ਬਣ ਸਕਦਾ। ਕੇਵਲ ਗੁਰੂ ਗੁਰੂ ਕਹਿਣ ਤੱਕ ਕੁਝ ਨਹੀਂ ਸਬਰਦਾ ਸਾਡਾ। ਗੁਰੂ ਦੀ ਮੰਨ ਕੇ ਹਿਰਦੇ ਵਸਾਵਾਂਗੇ ਫਿਰ ਸਾਡਾ ਭਲਾ ਹੋਣਾ। ਬਿਲਕੁਲ ਜੀ, ਮੰਨੀ ਹੁੰਦੀ ਤਾਂ ਬਾਬਾ ਜੀ ਅੱਜ ਆਹ ਹਾਲਾਤ ਹੀ ਨਹੀਂ ਹੋਣੇ ਸੀ। ਬਿਲਕੁਲ ਜੀ, ਜੋ ਅੱਜ ਦੇਖੀਏ ਹਰ ਘਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਸੇ ਦੇ ਫਰਿੱਜ ਤੇ ਗੋਲੀਆਂ ਦਾ ਦਵਾਈ ਦਾ ਪੱਤਾ ਨਾ ਪਿਆ ਹੋਊ। ਬਿਲਕੁਲ ਜੀ, ਪਰ ਜੇ ਇਹਨਾਂ ਦੀ ਮੰਨੀ ਹੁੰਦੀ, ਗੁਰੂ ਸਾਹਿਬਾਨਾਂ ਦੀ, ਗੁਰੂ ਗ੍ਰੰਥ ਸਾਹਿਬ ਦੀ ਮੰਨੀ ਹੁੰਦੀ ਜੇ, ਫਿਰ ਅੱਜ ਆਹ ਹਾਲਾਤ ਹੀ ਨਾ ਬਣਦੇ। ਵੀਰ ਜੀ ਦੇਖੋ, ਜਿੱਥੇ ਤੁਸੀਂ ਕਿਹਾ ਨਾ ਵੀ ਹਰ ਇੱਕ ਘਰ ਦੇ ਵਿੱਚ ਦਵਾਈਆਂ ਦਾ ਪੱਤਾ ਪਿਆ, ਇਹ ਗੁਰੂ ਮਹਾਰਾਜ ਸਾਹਿਬ ਨੇ ਅੱਜ ਤੋਂ ਕਿੰਨਾ ਸਮਾਂ ਪਹਿਲਾਂ ਕਹਿ ਦਿੱਤਾ। ਸਤਿਗੁਰਾਂ ਦਾ ਬਚਨ ਹੈ, ਮੈਂ ਪਹਿਲਾਂ ਵੀ ਬਹੁਤ ਇੰਟਰਵਿਊਆਂ 'ਚ ਬੋਲਿਆ। ਮਹਾਰਾਜ ਸਾਹਿਬ ਕਹਿੰਦੇ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਅੱਜ ਵੇਖੋ, ਨਾ ਸਾਡੇ ਪੱਲੇ ਚੱਜ ਦੀ ਹਵਾ, ਨਾ ਪਾਣੀ, ਨਾ ਧਰਤੀ, ਕੁਛ ਵੀ ਨਹੀਂ ਸਾਡੇ ਪੱਲੇ। ਅਸੀਂ ਅੱਜ ਨਾਅਰੇ ਲਾਉਂਦੇ ਆ ਨਾ ਵੀ ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਪਹਿਲਾਂ ਚਾਹੇ ਆਪਦੇ ਘਰੇ ਬੋਰ ਲਾ ਲਈਏ, ਉਹੀ ਪਾਣੀ ਤੇ ਸਾਨੂੰ ਭਰੋਸਾ ਨਹੀਂ। ਆਪਣਾ ਹਵਾ ਪਾਣੀ ਵਾਤਾਵਰਨ ਸਾਂਭ ਲਈਏ। ਜੇ ਅਸੀਂ ਅੱਜ ਫਤਿਹਗੜ੍ਹ ਸਾਹਿਬ ਗਏ ਹਾਂ, ਜਿੰਨੇ ਨੌਜਵਾਨ ਮੇਰੀ ਇਸ ਆਵਾਜ਼ ਨੂੰ ਸੁਣ ਰਹੇ ਨੇ, ਉਹ ਪ੍ਰਣ ਕਰਕੇ ਆਉਣ ਵੀ ਬਾਬਾ ਅਜੀਤ ਸਿੰਘ ਜੀ, ਇਹ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹ ਮਾਤਾ ਗੁਜਰ ਕੌਰ ਜੀ, ਅਸੀਂ ਕੁਦਰਤ ਨੂੰ ਅੱਜ ਤੋਂ ਸਮਰਪਿਤ ਹੋ ਗਏ। ਅਸੀਂ ਤੁਹਾਡੀ ਯਾਦ ਦੇ ਵਿੱਚ ਪਿੰਡ ਆ ਕੇ 5-5 7-7 ਦਰਖਤ ਭਾਵੇਂ ਫਲਾਂ ਵਾਲੇ ਲਾ ਲਈਏ, ਜ਼ਰੂਰ ਲਾਵਾਂਗੇ। ਅਸੀਂ ਕੁਦਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਕੋਈ ਲੰਗਰ ਲਾ ਰਿਹਾ ਹੈ, ਅੱਜ ਕਈ ਲੰਗਰ ਐਸੇ ਵੀ ਨੇ ਜਿਹੜੇ ਵੀਰ ਲੰਗਰ ਵਾਸਤੇ ਰਸਤ ਤਿਆਰ ਕਰ ਲਈ, ਸਭ ਕੁਝ, ਉਹਨਾਂ ਨੂੰ ਜਗ੍ਹਾ ਨਹੀਂ ਮਿਲੀ। ਉਹ ਉਦਾਸ ਨਾ ਹੋਣ, ਉਹ ਐਜੂਕੇਸ਼ਨ ਦਾ ਲੰਗਰ ਲਾਉਣ। ਕਿਸੇ ਨੇ ਉੱਥੇ ਖੀਰ ਪ੍ਰਸ਼ਾਦ ਦਾ ਲੰਗਰ ਲਾਇਆ, ਕਿਸੇ ਨੇ ਪ੍ਰਸ਼ਾਦੇ ਦਾ ਲੰਗਰ ਲਾਇਆ, ਕਿਸੇ ਨੇ ਦਸਤਾਰਾਂ ਦਾ ਲੰਗਰ ਲਾਇਆ। ਉੱਥੇ ਕੋਈ ਵੀਰ ਐਸੇ ਵੀ ਜਾਗਣ ਜਿਹੜੇ ਕਹਿਣ, ਓਏ ਜਿਹੜੇ ਬੱਚੇ ਫੀਸਾਂ ਨਹੀਂ ਭਰ ਸਕਦੇ, ਅਸੀਂ ਫੀਸਾਂ ਦਾ ਲੰਗਰ ਲਾਵਾਂਗੇ, ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਵਾਂਗੇ, ਐਜੂਕੇਟ ਕਰਾਂਗੇ, ਤੇ ਅਸੀਂ ਐਜੂਕੇਸ਼ਨ ਦਾ ਲੰਗਰ ਕਿਤਾਬਾਂ ਵੰਡ ਕੇ ਲਾਵਾਂਗੇ। ਕੋਈ ਬੱਚਾ ਵਰਦੀ ਨਹੀਂ ਸਮਾ ਸਕਦਾ, ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਅਸੀਂ ਇੰਨੇ ਬੱਚਿਆਂ ਨੂੰ ਵਰਦੀਆਂ ਸਵਾ ਕੇ ਦੇਵਾਂਗੇ, ਇੰਨਿਆਂ ਦੇ ਬੂਟ ਪਵਾਵਾਂਗੇ। ਕਿੰਨੇ ਲੰਗਰ ਲਾਉਣ ਵਾਲੇ ਨੇ ਜੀ। ਕੇਵਲ ਖਾਣ ਤੱਕ ਸੀਮਤ ਨਾ ਰਹੀਏ। ਅਸੀਂ ਆਉਣ ਵਾਲਾ ਭਵਿੱਖ ਜੇ ਬਚਾਉਣਾ ਵੀਰ ਜੀ, ਤਾਂ ਮੋਢੇ ਨਾਲ ਮੋਢਾ ਜੋੜ ਕੇ ਇਹੋ ਜਿਹੇ ਲੰਗਰ ਗੁਰੂ ਸਾਹਿਬ ਨੇ, ਵੈਸੇ ਜੇ ਆਪਾਂ ਸੋਚਿਆ ਜਾਵੇ, ਗੁਰੂ ਸਾਹਿਬ ਨੇ ਲੰਗਰ ਕਾਹਦਾ ਕਿਹਾ ਜੀ? ਸਿੰਪਲ ਅਣਚੋਪੜਿਆ ਪ੍ਰਸ਼ਾਦਾ, ਬਿਨਾਂ ਤੜਕੇ ਤੋਂ ਦਾਲ। ਗੁਰੂ ਘਰ 'ਚ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਸਿੰਪਲ ਪ੍ਰਸ਼ਾਦਾ ਮਿਲੇਗਾ। ਪ੍ਰਸ਼ਾਦੇ ਦਾ ਮਤਲਬ ਕੀ ਆ? ਗੁਰੂ ਕੇ ਲੰਗਰ 'ਚ ਕੋਈ ਬਿਮਾਰ ਬਹਿ ਗਿਆ, ਉਹ ਵੀ ਮੂੰਗੀ ਦੀ ਦਾਲ ਨਾਲ 2 ਪ੍ਰਸ਼ਾਦੇ ਛਕਿਆ ਆ, ਉਹਨੂੰ ਵੀ ਆਪਣੇ ਆਪ ਨੂੰ ਰਿਲੀਵ ਮਹਿਸੂਸ ਹੋਵੇ। ਪਰ ਅੱਜ ਜਿੱਥੇ ਅਸੀਂ ਲੰਗਰਾਂ ਤੇ ਜ਼ੋਰ ਲਾਉਂਦੇ ਹਾਂ ਵੀ ਮੈਂ ਮਟਰ ਪਨੀਰ ਕਰ ਲਿਆ, ਮੈਂ ਫਲਾਣਾ ਕਰ ਲਿਆ, ਉਹ 'ਚੋਂ ਖਾ ਕੇ, ਜਾਂ ਕੋਈ ਪਕੌੜਿਆਂ ਦਾ ਲੰਗਰ ਖਾ ਕੇ ਉੱਤੋਂ ਦੀ ਪਾਣੀ ਘੁੱਟ ਭਰ ਲੈਂਦਾ, ਆ ਕੇ ਘਰੇ ਪਤਾ ਕੀ ਕਹਿੰਦਾ? ਅਗਲਾ ਕਹਿੰਦਾ ਕਿਵੇਂ ਬਿਮਾਰ ਜਾ ਪਿਆ? ਕੁਛ ਨਹੀਂ, ਮੈਂ ਫਤਿਹਗੜ੍ਹ ਸਾਹਿਬ ਗਿਆ ਸੀ, ਉੱਥੇ ਲੰਗਰ ਖਾ ਕੇ ਬਿਮਾਰ ਹੋ ਗਏ। ਉਹ ਸਿੱਖੋ, ਗੁਰੂ ਕੇ ਲੰਗਰ ਨੂੰ ਉਲਾਂਭਾ ਨਾ ਦਬਾਓ। ਜੇ ਦਬਾਉਣਾ ਚਾਹੁੰਦੇ ਹੋ, ਸ਼ਾਬਾਸ਼ੇ ਦਬਾਉਣੀ ਚਾਹੁੰਦੇ ਹੋ ਨਾ, ਤਾਂ ਉੱਥੇ ਕੁਝ ਵਾਅਦੇ ਕਰਕੇ ਆਓ। ਕੁਝ ਅਸੀਂ ਐਸਾ ਮਹਾਰਾਜ ਸਾਹਿਬ ਦੇ ਦਰ ਤੇ ਜਾ ਕੇ ਸਮਰਪਿਤ ਹੋ ਕੇ ਜਾਵੇ, ਗੁਰੂ ਸਾਹਿਬ ਨੂੰ ਵੀ ਸਾਡੇ ਤੇ ਫਕਰ ਹੋਵੇ ਵੀ ਮੇਰਾ ਸਿੱਖ ਅੱਜ ਜੋੜ ਮੇਲੇ ਤੇ ਆਇਆ ਸੀ, ਨਾ ਕਿ ਮੇਲੇ ਤੇ। ਅਸੀਂ ਜੁੜਨ ਜਾਂਦੇ ਹਾਂ। ਜੋੜ ਮੇਲੇ ਦਾ ਅਰਥ ਹੈ ਜੁੜ ਜਾਣਾ, ਮੇਲੇ ਦਾ ਅਰਥ ਹੈ ਤਮਾਸ਼ਗਿਰੀ ਦੇਖ ਕੇ ਆਉਣਾ। ਮੇਰੀ ਹੱਥ ਬੰਨ੍ਹ ਕੇ ਹੋਈ ਬੇਨਤੀ ਆ, ਹੁਣ ਅਸੀਂ ਵੀ ਜਾਂਦੇ ਹਾਂ ਫਤਿਹਗੜ੍ਹ ਸਾਹਿਬ। ਅਸੀਂ 2 ਦਿਨ ਪਹਿਲਾਂ ਜਾਂ 2 ਦਿਨ ਮਗਰੋਂ ਜਾਂਦੇ ਹਾਂ ਵੀਰ ਜੀ। ਉੱਥੇ ਜਾ ਕੇ ਜਿੰਨਾ ਕੁ ਸਰਦਾ ਪਾਠ ਕਰ ਆਉਂਦੇ ਹਾਂ, ਸੇਵਾ ਕਰ ਆਉਂਦੇ ਹਾਂ। ਪਰ ਇਹ ਨਹੀਂ, ਸਿੱਖਾ ਤੇਰੀ ਜ਼ਿੰਦਗੀ 'ਚ ਦਿਖਾਵਾ ਨਹੀਂ ਹੋਣਾ ਚਾਹੀਦਾ।
ਸਿੰਪਲ ਲਿਵਿੰਗ ਹਾਈ ਥਿੰਕਿੰਗ। ਤੇਰਾ ਪਹਿਰਾਵਾ ਗੁਰੂ ਸਾਹਿਬ ਨੇ ਤੈਨੂੰ ਸਿੰਪਲ ਵਰਤਿਆ, ਜਿਹੜਾ ਬਖਸ਼ਿਆ ਉਹੀ ਵਰਤ, ਸੋਚ ਉੱਚੀ ਰੱਖ। ਇਦਾਂ ਦੇ ਧਾਰਨੀ ਹੋ ਕੇ ਸਾਨੂੰ ਅੱਜ ਫਤਿਹਗੜ੍ਹ ਸਾਹਿਬ ਜਾਣਾ ਚਾਹੀਦਾ ਜੀ। ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਜੀ। ਆਪ ਜੀ ਦਾ ਵੀ ਧੰਨਵਾਦ ਵੀਰ ਜੀ। ਮਹਾਰਾਜ ਸਾਹਿਬ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਸਨ ਭਾਈ ਸਾਹਿਬ ਮਨਦੀਪ ਸਿੰਘ ਜੀ, ਭਾਈ ਮਨਦੀਪ ਸਿੰਘ ਜੀ। ਬੜੇ ਵਧੀਆ ਤਰੀਕੇ ਦੇ ਨਾਲ ਸਾਨੂੰ ਵਿਚਾਰਾਂ ਦੱਸੀਆਂ। ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ, ਤਾਂ ਕਿ ਸਾਡਾ ਜੋ ਇੱਕ ਮਿਸ਼ਨ ਹੈ ਕਿ ਅਸੀਂ ਜਿਹੜੀ ਚੰਗੀ ਸੋਚ ਹੈ ਉਹਨੂੰ ਅੱਗੇ ਲੈ ਕੇ ਜਾਈਏ। ਜਿਹੜੀਆਂ ਚੀਜ਼ਾਂ ਤੋਂ ਅਸੀਂ ਵਿਸਰ ਰਹੇ ਹਾਂ, ਸਾਡੇ ਇਤਿਹਾਸ ਤੋਂ ਵਿਸਰ ਰਹੇ ਹਾਂ ਤੇ ਸਾਡੇ ਗੁਰੂ ਸਾਹਿਬਾਨਾਂ ਦੇ ਫਲਸਫੇ ਤੋਂ ਵਿਸਰ ਰਹੇ ਹਾਂ, ਆਪਾਂ ਉਹਨਾਂ ਦੇ ਨਾਲ ਜੁੜੀਏ, ਕੁਦਰਤ ਨੂੰ ਸਾਂਭੀਏ, ਆਪਣੇ ਆਪ ਨੂੰ ਸਾਂਭ ਲਈਏ। ਕਿਉਂਕਿ ਜਿਹਨੇ ਕੁਦਰਤ ਸੰਭਾਲ ਲਈ ਉਹਨੇ ਆਪਣੇ ਆਪ ਨੂੰ ਸੰਭਾਲ ਲਿਆ। ਇਸ ਕਰਕੇ ਜਾਈਏ, ਪਰਨ ਕਰੀਏ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ।